ਧੰਦਾ ਧਾਵਤ ਦਿਨ ਗਿਆ, ਰੈਣ ਗਵਾਈ ਸੋਏ, ਕੂੜ ਬੋਲ ਬਿਖ ਖਾਇਆ, ਮਨਮੁਖ ਚੱਲਿਆ ਰੋਏ, ਸਿਰੈ ਉੱਪਰ ਜਮ ਡੰਡ ਹੈ, ਦੂਜੈ ਭਾਏ ਪਤ ਖੋਏ, ਹਰ ਨਾਮ ਕਦੇ ਨਾ ਚੇਤਿਓ, ਫਿਰ ਆਵਣ ਜਾਣਾ ਹੋਏ, ਗੁਰ ਪ੍ਰਸਾਦੀ ਹਰ ਮਨ ਵਸੈ, ਜਮ ਡੰਡ ਨ ਲਾਗੈ ਕੋਏ, ਨਾਨਕ ਸਹਿਜੇ ਮਿਲ ਰਹੈ, ਕਰਮ ਪ੍ਰਾਪਤ ਹੋਏ। ਰਾਮ ਕਲੀ ਕੀ ਵਾਰ ਮਹੱਲਾ ਤੀਜਾ। ਵਿਆਖਿਆ। ਮਨਮੁਖ ਸਾਕਤ ਸੰਸਾਰੀ, ਮਾਇਆ ਧਾਰੀ ਪੁਰਸ਼ ਦੀ ਸਾਰੀ ਅਵਰਦਾ ਬਿਰਥੀ ਹੀ ਜਾਂਦੀ ਹੈ। ਉਸ ਦਾ ਹਰ ਇੱਕ ਦਿਨ ਤਾਂ ਧੰਦਿਆਂ ਦੀਆਂ ਧਾਵਨੀਆਂ, ਮਾਇਆ ਦੇ ਧੰਦਿਆਂ ਪਿੱਛੇ ਦੌੜ ਧੂਪ ਕਰਦਿਆਂ ਪਿੱਛੇ ਹੀ ਅਜਾਈਂ ਚਲਿਆ ਜਾਂਦਾ ਹੈ ਅਤੇ ਹਰ ਇੱਕ ਰਾਤ ਸੌਵਣ ਵਿੱਚ ਹੀ ਬਤੀਤ ਹੁੰਦੀ ਹੈ ਅਤੇ ਮਾਇਆ ਰੂਪੀ ਬਿਖ ਖੱਟਣ ਲਈ ਕੂੜ ਕੁਸੱਤ ਬੋਲਣ ਵਿੱਚ ਹੀ ਵਿਹਾ ਜਾਂਦੀ ਹੈ। ਪੱਲੇ ਜ਼ਹਿਰ ਦਾ ਖਾਜ ਹੀ ਪੈਂਦਾ ਹੈ। ਓੜਕ ਮਨਮੁਖ ਇਸ ਦੁਨੀਆ ਤੋਂ ਦੋਏ ਹੱਥ ਝਾੜ ਕੇ ਰੋਂਦਾ ਕੁਰਲਾਂਦਾ ਤੇ ਪਛਤਾਂਦਾ ਹੀ ਚਲਿਆ ਜਾਂਦਾ ਹੈ। ਦੂਜੇ ਭਾਏ ਦੀ ਉਪਾਸ਼ਨਾ ਕਰਦਿਆਂ ਉਸ ਦੀ ਪਤ ਪ੍ਰਤੀਤ ਸਭ ਖੋਈ ਜਾਂਦੀ ਹੈ। ਇਸ ਲੋਕ ਵਿਖੇ ਵੀ ਉਹ ਬੇਪਤਾ ਅਤੇ ਬੇਪਰਤੀਤਾ ਹੀ ਰਹਿੰਦਾ ਹੈ ਅਤੇ ਅਗਲੇ ਲੋਕ ਵਿਖੇ ਤਾਂ ਇਸ ਬੇਪਤੇ ਬੇਪਰਤੀਤੇ ਦੇ ਸਿਰ ਉੱਤੇ ਜਮ ਦਾ ਡੰਡਾ ਮਾਰੋ ਮਾਰ ਕਰਕੇ ਪੈਂਦਾ ਹੈ ਤਾਂ ਇਸ ਦੀ ਸੁੱਧ ਬੁੱਧ ਭੁੱਲ ਜਾਂਦੀ ਹੈ। ਮਨੁੱਖਾ ਜਨਮ ਪਾਏ ਕੇ ਮਨਮੁਖ ਨੇ ਨਾਮ ਕਦੇ ਚੇਤਿਆ ਨਹੀਂ ਹੁੰਦਾ। ਇਸ ਕਰਕੇ ਜੰਮਾਂ ਦੀ ਮਾਰ ਪੈਣ ਪਿੱਛੋਂ ਫੇਰ ਬਾਰੰਬਾਰ 84 ਦੇ ਗੇੜ ਵਿੱਚ ਪੈਂਦਾ ਹੈ। ਜਿਨ੍ਹਾਂ ਗੁਰਮੁਖਾਂ ਦੇ ਮਨ ਵਿਖੇ ਗੁਰ ਪ੍ਰਸਾਦੀ ਵਾਹਿਗੁਰੂ ਅਤੇ ਵਾਹਿਗੁਰੂ ਨਾਮ ਵਸਿਆ ਹੋਇਆ ਹੁੰਦਾ ਹੈ, ਉਹਨਾਂ ਨੂੰ ਅੱਗੇ ਜਾ ਕੇ ਜਮ ਡੰਡ ਉੱਕਾ ਹੀ ਨਹੀਂ ਲੱਗਦਾ, ਬਲਕਿ ਸੁਕ੍ਰਿਤ ਕਰਨੀ ਮਈ ਨਾਮ ਰੂਪੀ ਸ਼ੁਭ ਕਰਮ ਦੇ ਤੁਫੈਲ ਸਹਿਜ ਪਦ ਦੀ ਅਤੇ ਵਾਹਿਗੁਰੂ ਮਿਲਾਪ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ ਸੋ ਖਾਲੀ ਕੋਈ ਨਾ ਹੈ, ਤਿਨ ਜਮ ਕੀ ਤਲਬ ਨਾ ਹੋਵਈ, ਨਾ ਓਏ ਦੁੱਖ ਸਹਾਹੈ, ਨਾਨਕ ਗੁਰਮੁਖ ਉਬਰੇ ਸੱਚਾ ਸ਼ਬਦ ਸਮਾਹੈ। ਰਾਮ ਕਲੀ ਕੀ ਵਾਰ ਮਹੱਲਾ ਤੀਜਾ। ਜਿਨ੍ਹਾਂ ਦੀ ਭਾਉ ਭਾਵਨੀ ਸੱਚ ਕਰਕੇ ਸਤਿਗੁਰੂ ਉੱਤੇ ਆਈ ਹੈ, ਸੋ ਸ਼ਰਧਾਲੂ ਜਨ ਕੋਈ ਵੀ ਖਾਲੀ ਨਹੀਂ ਰਹਿੰਦਾ। ਉਹਨਾਂ ਨੂੰ ਪਰਮਾਰਥ ਦੀ ਪ੍ਰਾਪਤੀ ਹੋ ਜਾਂਦੀ ਹੈ, ਕਿਉਂਕਿ ਸਤਿਗੁਰੂ ਉੱਤੇ ਸ਼ਰਧਾ ਆਵਣ ਕਰ ਉਹ ਸਤਿਗੁਰੂ ਦਾ ਹੁਕਮੀ ਬੰਦਾ ਸਿੱਖ ਸੱਜ ਜਾਂਦਾ ਹੈ। ਸਤਿਗੁਰੂ ਦੁਆਰਿਓਂ ਗੁਰ ਦੀਖਿਆ ਅੰਮ੍ਰਿਤ ਨਾਮ ਪ੍ਰਾਪਤ ਹੋਣ ਕਰ ਉਸ ਦਾ ਆਤਮਾ ਜੋਤ ਰੰਗਾਂ ਨਾਲ ਨੱਕੋ ਨੱਕ ਭਰਪੂਰ ਹੋ ਜਾਂਦਾ ਹੈ, ਜਦੋਂ ਕਿ ਉਹ ਅਤੁੱਟ ਨਾਮ ਅਭਿਆਸ ਕਮਾਈਆਂ ਕਰਦਾ ਹੈ। ਤਿਨਾਂ ਗੁਰਮੁਖਾਂ ਨੂੰ ਅੱਗੇ ਗਿਆਂ ਜਮ ਦੀ ਤਲਬ ਨਹੀਂ ਹੁੰਦੀ, ਨਾ ਉਹਨਾਂ ਨੂੰ ਇਹਨਾਂ ਜਮਾਂ ਦੇ ਦਿੱਤੇ ਦੁੱਖ ਸਹਿਣੇ ਪੈਂਦੇ ਹਨ, ਕਿਉਂਕਿ ਜਮ ਇਹਨਾਂ ਨੂੰ ਦੁੱਖ ਦੇ ਹੀ ਨਹੀਂ ਸਕਦੇ। ਜਾਕੋ ਭਈ ਤੁਮਹਾਰੀ ਧੀਰ, ਜਮ ਕੀ ਤਰਾਸ ਮਿੱਟੀ, ਸੁਖ ਪਾਇਆ ਨਿਕਸੀ ਹਉਮੈ ਪੀਰ। ਰਹਾਓ। ਨੱਠ ਮਹੱਲਾ ਪੰਜਵਾਂ। ਵਿਆਖਿਆ। ਜਿਸ ਜਨ ਨੂੰ ਵਾਹਿਗੁਰੂ ਦੀ ਸੱਚੀ ਧਿਰ ਪ੍ਰਾਪਤ ਹੋ ਗਈ, ਉਸ ਦੀ ਜਮ ਦੀ ਤਰਾਸ ਮਿਟ ਗਈ ਅਤੇ ਹਉਮੈ ਦੀ ਪੀੜ ਵਾਲਾ ਕੰਡਾ ਵੀ ਉਸ ਦੇ ਅੰਦਰੋਂ ਨਿਕਲ ਗਿਆ। ਜਿਸ ਤੂੰ ਆਵੈਂ ਚਿੱਤ ਤਿਸ ਨੂੰ ਸਦਾ ਸੁਖ, ਜਿਸ ਤੂੰ ਆਵੈਂ ਚਿੱਤ ਤਿਸ ਜਮ ਨਾਹਿ ਦੁਖ। ਰਾਮ ਕਲੀ ਕੀ ਵਾਰ ਮਹੱਲਾ ਪੰਜਵਾਂ। ਜਿਸ ਜਨ ਨੂੰ ਸਦਾ ਵਾਹਿਗੁਰੂ ਚਿੱਤ ਆਉਂਦਾ ਹੈ, ਤਿਸ ਨੂੰ ਸਦਾ ਸੁਖ ਹੀ ਪ੍ਰਾਪਤ ਰਹਿੰਦਾ ਹੈ ਅਤੇ ਜਿਸ ਦੇ ਚਿੱਤ ਅੰਦਰ ਸਦਾ ਵਾਹਿਗੁਰੂ ਵਸਿਆ ਰਹਿੰਦਾ ਹੈ ਅਤੇ ਵਾਹਿਗੁਰੂ ਨਾਮ ਰਸਿਆ ਰਹਿੰਦਾ ਹੈ, ਤਿਸ ਨੂੰ ਅੱਗੇ ਗਿਆਂ ਜਮ ਦੂਤਾਂ ਦੇ ਦੁੱਖ ਤਸੀਹੇ ਨਹੀਂ ਸਹਿਣੇ ਪੈਂਦੇ। ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ। ਰਾਮ ਕਲੀ ਕੀ ਵਾਰ। ਹੇ ਵਾਹਿਗੁਰੂ, ਨਾਮ ਤੇਰੇ ਨੂੰ ਸੁਣ ਕੇ ਜਮ ਦੇ ਦੂਤ ਤੁਰਤ ਹੀ ਖਹਿੜਾ ਛੱਡ ਜਾਂਦੇ ਹਨ, ਦੂਰ ਭੱਜ ਜਾਂਦੇ ਹਨ। ਜਿਸ ਖਸਮ ਨਾ ਆਵੈ ਚਿੱਤ ਤਿਸ ਜਮ ਡੰਡ ਦੇ, ਜਿਸ ਖਸਮ ਨਾ ਆਵੀ ਚਿੱਤ ਰੋਗੀ ਸੇ ਗਣੇ, ਜਿਸ ਖਸਮ ਨਾ ਆਵੀ ਚਿੱਤ ਸੋ ਖਰੋ ਅਹੰਕਾਰੀਆ, ਸੋਈ ਦੁਹੇਲਾ ਜਗ ਜਿਨ ਨਾਉ ਵਿਸਾਰੀਆ। ਰਾਮ ਕਲੀ ਕੀ ਵਾਰ ਮਹੱਲਾ ਪੰਜਵਾਂ। ਵਿਆਖਿਆ। ਜਿਸ ਨੂੰ ਸੱਚਾ ਮਾਲਕ ਵਾਹਿਗੁਰੂ ਖਸਮ ਚਿੱਤ ਨਹੀਂ ਆਉਂਦਾ, ਜਿਸ ਦੇ ਚਿੱਤ ਅੰਦਰ ਵਾਹਿਗੁਰੂ ਨਾਮ ਕਦੇ ਵਸਦਾ ਹੀ ਨਹੀਂ, ਤਿਸ ਨੂੰ ਅੱਗੇ ਗਿਆਂ ਜ਼ਰੂਰ ਜਮ ਡੰਡ ਦਿੰਦਾ ਹੈ। ਉਹ ਪੁਰਸ਼ ਸਦਾ ਹੀ ਸਰੀਰਕ ਅਤੇ ਆਤਮ ਰੋਗਾਂ ਵਿੱਚ ਇੱਥੇ ਉੱਥੇ ਗ੍ਰਸੇ ਹੀ ਰਹਿੰਦੇ ਹਨ। ਸਭ ਤੋਂ ਵੱਡਾ ਅਤੇ ਨਿਰੋਲ ਹੰਕਾਰੀ ਪੁਰਸ਼ ਸੋ ਹੈ ਜੋ ਸਿਰ ਦੇ ਸਾਈਂ ਸਿਰਜਣਹਾਰ ਵਾਹਿਗੁਰੂ ਨੂੰ ਚਿੱਤ ਵਿੱਚ ਨਹੀਂ ਲਿਆਉਂਦਾ ਕਦੇ ਵੀ। ਇਸ ਸੰਸਾਰ ਵਿਖੇ ਸੋਈ ਨਰ ਦੁਹੇਲਾ ਅਤੇ ਦੁਖੀਆ ਹੈ ਜਿਸ ਨੇ ਨਾਮ ਨੂੰ ਉੱਕਾ ਹੀ ਵਿਸਾਰ ਛੱਡਿਆ ਹੈ।
दुनिया होशियार बेदार जागत मुसीयत हों रे भाई निगम होशियार पहरुआ देखत जम ले जाई। रहाओ राम कली कबीर जी। व्याख्या दुनिया बड़ी ਹੁਸ਼ਿਆਰ ਅਤੇ ਖਬਰਦਾਰ ਚੰਚਲ ਸਿਆਣੀ ਬਣੀ ਫਿਰਦੀ ਹੈ, ਪਰ ਇਸ ਦੀ ਹੁਸ਼ਿਆਰੀ ਬੇਦਾਰੀ ਖਬਰਦਾਰੀ ਸਾਵਧਾਨਤਾ ਕਾਹਦੀ ਹੈ ਤੇ ਕਿਸ ਲੇਖੇ ਹੈ, ਜਦੋਂ ਕਿ ਇਹ ਜਾਗਦੀ ਹੀ ਲੁਟੀਂਦੀ ਜਾਂਦੀ ਹੈ। ਅਨੇਕ ਮਤ ਮਤਾਂਤਰੀ ਪਹਿਰੇਦਾਰਾਂ ਦੀ ਹੁਸ਼ਿਆਰੀ ਪਹਿਰੇਦਾਰੀ ਧਰੀ ਹੀ ਰਹਿ ਜਾਂਦੀ ਹੈ। ਇਹਨਾਂ ਪਹਿਰੇਦਾਰਾਂ ਦੇ ਪਹਿਰੇ ਵਿੱਚ ਹੀ ਇਹਨਾਂ ਦੇ ਦੇਖਦਿਆਂ ਜੰਮ ਫੜ ਕੇ ਜੰਮਪੁਰੀ ਨੂੰ ਲੈ ਜਾਂਦਾ ਹੈ ਤੇ ਚਾਰਾ ਕੁਛ ਨਹੀਂ ਚੱਲਦਾ। ਗੁਰਮਤਿ ਰਾਮ ਨਾਮ ਧਨ ਪਾਇਆ ਸੁਣ ਕਹਤਿਆਂ ਪਾਪ ਨਿਵਾਰੇ ਧਰਮ ਰਾਏ ਜਮ ਨੇੜ ਨਾ ਆਵੈ ਮੇਰੇ ਠਾਕੁਰ ਕੇ ਜਨ ਪਿਆਰੇ। ਨਟ ਅਸ਼ਟਪਦੀਆਂ ਮਹੱਲਾ ਚੌਥਾ। ਗੁਰਮਤਿ ਰਾਮ ਨਾਮ ਰੂਪੀ ਧਨ ਗੁਰਮੁਖਾਂ ਨੂੰ ਐਸਾ ਮਿਲਿਆ ਹੈ ਕਿ ਉਸ ਸੱਚੇ ਧਨ ਵਾਹਿਗੁਰੂ ਨਾਮ ਨੂੰ ਸੰਚਣ ਕਰਨ ਹਾਰਿਆਂ ਦੇ ਸਭ ਪਾਪ ਨਿਵਾਰੇ ਜਾਂਦੇ ਹਨ ਅਤੇ ਮੇਰੇ ਵਾਹਿਗੁਰੂ ਦੇ ਜਨ ਵਾਹਿਗੁਰੂ ਨੂੰ ਐਸੇ ਪਿਆਰੇ ਹਨ ਕਿ ਤਿਨਾਂ ਵਾਹਿਗੁਰੂ ਪਿਆਰਿਆਂ ਵਾਹਿਗੁਰੂ ਨਾਮ ਨੂੰ ਪਿਆਰ ਕਰਨ ਹਾਰਿਆਂ ਦੇ ਨੇੜੇ ਨਾ ਤਾਂ ਧਰਮ ਰਾਏ ਹੀ ਜਾਂਦਾ ਹੈ, ਨਾ ਹੀ ਧਰਮ ਰਾਏ ਦੇ ਦੂਤ ਜੰਮ ਉਹਨਾਂ ਦੇ ਨੇੜੇ ਆਉਂਦੇ ਹਨ। ਕਿੱਥੋਂ ਕੁ ਤਾਈਂ ਗੁਰਪ੍ਰਮਾਣ ਵਿਆਖਿਆ ਸੰਯੁਕਤ ਦਿੱਤੇ ਜਾਣ। ਅਜੇ ਅਨੇਕਾਂ ਗੁਰਵਾਕ ਹਨ ਜਿਨ੍ਹਾਂ ਵਿੱਚ ਜੰਮ ਦੀ ਹੋਂਦ ਦੀ ਪੁਸ਼ਟੀ ਹੁੰਦੀ ਹੈ। ਵਿਸਥਾਰ ਤੋਂ ਸੰਕੋਚ ਕੇ ਹੁਣ ਅੱਗੇ ਨਿਰੇ ਗੁਰਪ੍ਰਮਾਣ ਹੀ ਦਿੱਤੇ ਜਾਂਦੇ ਹਨ। ਕਿਤੇ ਕਿਤੇ ਅਤ ਲੋੜ ਪਈ ਤਾਂ ਵਿਆਖਿਆ ਵੀ ਕੀਤੀ ਜਾਵੇਗੀ। ਜਿਨ ਹਰ ਨਾਮ ਧਿਆਇਆ ਤਿਨ ਚੂਕੇ ਸਰਬ ਜੰਜਾਲਾ ਤਿਨ ਜਮ ਨੇੜ ਨਾ ਆਵਈ ਗੁਰ ਰਾਖੇ ਹਰ ਰਖਵਾਲਾ। ਮਾਲੀ ਗੌੜਾ ਮਹੱਲਾ ਚੌਥਾ। ਰੇ ਮਨ ਟਹਿਲ ਹਰ ਸੁਖ ਸਾਰ ਅਵਰ ਟਹਿਲਾਂ ਝੂਠੀਆਂ ਨਿਤ ਕਰੈ ਜਮ ਸਿਰ ਮਾਰ। ਰਹਾਓ ਮਾਲੀ ਗੌੜਾ ਮਹੱਲਾ ਪੰਜਵਾਂ। ਹਉਮੈ ਜਲਿਆ ਮਨੋ ਵਿਸਾਰੇ ਜੰਪੁਰ ਵੱਜੈ ਖੜਗ ਕਰਾਰੇ ਅਬ ਕਹਿ ਕਹਿਆ ਨਾਮ ਨਾ ਮਿਲਈ ਤੂੰ ਸੌ ਜੀੜੇ ਭਾਰੀ ਜੀਓ। ਮਾਰੂ ਮਹੱਲਾ ਪਹਿਲਾ। ਮਾਇਆ ਮਮਤਾ ਪਵੇਂ ਖਿਆਲੀ ਜੰਪੁਰ ਫਾਸੈ ਗਾ ਜਮ ਜਾਲੀ ਹੇਤ ਕੇ ਬੰਧਨ ਤੋੜ ਨ ਸਾਕੈ ਤਾਂ ਜਮ ਕਰੇ ਖੁਆਰੀ ਜੀਓ। ਮਾਰੂ ਮਹੱਲਾ ਪਹਿਲਾ। ਗੁਰ ਪ੍ਰਸਾਦੀ ਏਕ ਲਿਵ ਲਾਗੀ ਦੁਬਿਧਾ ਤਦੇ ਬਿਨਾਸੀ ਜੋ ਤਿਸ ਭਾਣਾ ਸੋ ਸਤ ਕਰ ਮਾਨਿਆ ਕਾਟੀ ਜਮ ਕੀ ਫਾਸੀ। ਮਾਰੂ ਮਹੱਲਾ ਤੀਜਾ ਘਰ ਪਹਿਲਾ। ਇਹ ਮਨ ਲਾਲਚ ਕਰਦਾ ਫਿਰੈ ਲਾਲਚ ਲਾਗਾ ਜਾਏ ਧੰਦਾ ਕੂੜ ਵਿਆਪਿਆ ਜੰਪੁਰ ਚੋਟਾਂ ਖਾਏ। ਮਾਰੂ ਮਹੱਲਾ ਤੀਜਾ। ਸਤਿਗੁਰ ਛੋੜ ਦੂਜੈ ਲੱਗੇ ਕਿਆ ਕਰਨ ਅੱਗੇ ਜਾਏ ਜੰਪੁਰ ਬੱਧੇ ਮਾਰੀਆਂ ਬਹੁਤੀ ਮਿਲੈ ਸਜ਼ਾਏ। ਮਾਰੂ ਮਹੱਲਾ ਤੀਜਾ। ਹਰ ਹਰ ਨਾਮ ਨਿਧਾਨ ਲੈ ਗੁਰਮਤਿ ਹਰ ਪਤ ਪਾਏ ਹਲਤ ਪਲਤ ਨਾਲ ਚਲਦਾ ਹਰ ਅੰਤੇ ਲਏ ਛਡਾਏ ਜਿੱਥੈ ਅਵਕਟ ਗਲੀਆਂ ਭੀੜੀਆਂ ਤਿੱਥੈ ਹਰ ਹਰ ਮੁਕਤ ਕਰਾਏ। ਜਿਨ ਹਰ ਹਰ ਨਾਮ ਨਾ ਚੇਤਿਓ ਸੇ ਭਾਗਹੀਣ ਮਰ ਜਾਏ ਓਏ ਫਿਰ ਜੋਨ ਭਵਾਈਆਂ ਮਰ ਜੰਮੈ ਆਵੈ ਜਾਏ ਓਏ ਜਮਦਰ ਬੱਧੇ ਮਾਰੀਆਂ ਹਰ ਦਰਗਾ ਮਿਲੈ ਸਜ਼ਾਏ। ਮਾਰੂ ਮਹੱਲਾ ਚੌਥਾ ਘਰ ਤੀਜਾ। ਇਹ ਗੁਰਵਾਕ ਅਗਲੀ ਦਰਗਾਹ ਵੀ ਸਿੱਧ ਕਰਦਾ ਹੈ। ਜੰਮਪੁਰੀ ਅਤੇ ਜੰਮਪੁਰੀ ਦੀਆਂ ਅਵਕਟ ਗਲੀਆਂ ਦਾ ਅੱਗੇ ਹੋਣਾ ਵੀ ਇਹ ਦੱਸਦਾ ਹੈ। ਨਾਮਹੀਣਿਆਂ ਨੂੰ ਅੱਗੇ ਬਹੁਤੀ ਸਜ਼ਾਏ ਮਿਲਣ ਦਾ ਵੀ ਇਸ ਵਿੱਚ ਪੱਕਾ ਸਬੂਤ ਹੈ। ਪੱਕ ਪ੍ਰਤੀਤ ਸਹਿਤ ਇਸ ਗੁਰਵਾਕ ਦਾ ਭਾਵ ਮਨ ਵਸਾਓ ਜੀ। ਨਿਰਭਉ ਨਿਰੰਕਾਰ ਸਤਨਾਮ ਜਗ ਮੈਂ ਸ੍ਰੇਸ਼ਟ ਊਤਮ ਕਾਮ ਦੁਸ਼ਮਨ ਦੂਤ ਜਮ ਕਾਲ ਠੇ ਮਾਰੋ ਹਰ ਸੇਵਕ ਨੇੜ ਨਾ ਜਾਈ ਜਿਓ। ਨਿਰਭਉ ਨਿਰੰਕਾਰ ਸਤਨਾਮ ਜਗ ਮੈਂ ਸ੍ਰੇਸ਼ਟ ਊਤਮ ਕਾਮ ਦੁਸ਼ਮਨ ਦੂਤ ਜਮ ਕਾਲ ਠੇ ਮਾਰੋ ਹਰ ਸੇਵਕ ਨੇੜ ਨਾ ਜਾਈ ਜਿਓ। ਜਿਸ ਉੱਪਰ ਹਰ ਕਾ ਮਨ ਮਾਨਿਆ ਸੋ ਸੇਵਕ ਚੌ ਜੁਗ ਚੌ ਕੁੰਟ ਜਾਨਿਆ ਜੇ ਉਸਕਾ ਬੁਰਾ ਕਹੈ ਕੋਈ ਪਾਪੀ ਤਿਸ ਜਮ ਕੰਕਰ ਖਾਈ ਜਿਓ। ਮਾਰੂ ਮਹੱਲਾ ਚੌਥਾ। ਜਗ ਕੈ ਨਾਮ ਸੁਨਿਐ ਜਮ ਛੋਡੈ ਤਾਕੀ ਸ਼ਰਨ ਨ ਪਾਵਸ ਰੇ। ਮਾਰੂ ਮਹੱਲਾ ਪੰਜਵਾਂ। ਮੇਰੇ ਮਨ ਕਰਨ ਸੁਣ ਹਰ ਨਾਮ ਮਿਟੈ ਅਗ ਤੇਰੇ ਜਨਮ ਜਨਮ ਕੇ ਕਵਨ ਬਪੁਰੋ ਜਾਮ। ਰਹਾਓ ਮਾਰੂ ਮਹੱਲਾ ਪੰਜਵਾਂ ਘਰ ਛੇਵਾਂ। ਜਮ ਕੋ ਡੰਡ ਪਰਿਓ ਸਿਰ ਊਪਰ ਤਬ ਸੋਵਤ ਤੈ ਜਾਗਿਓ ਕਹਾਂ ਹੋਤ ਅਬ ਕਹਿ ਪਛਤਾਏ ਛੂਟਤ ਨਾ ਹਿਨ ਭਾਗਿਓ। ਮਾਰੂ ਮਹੱਲਾ ਨੌਵਾਂ। ਗੁਰ ਪ੍ਰਸਾਦੀ ਪ੍ਰਭ ਅਰਾਧੇ ਜਮ ਕੰਕਰ ਕਿਛ ਨ ਕਹੀ। ਮਾਰੂ ਮਹੱਲਾ ਪੰਜਵਾਂ। ਕਾਲ ਜਾਲ ਜਮ ਜੋ ਹਿ ਨ ਸਾਕੈ ਸਾਚੇ ਸਿਉ ਲਿਵ ਲਾਈ ਹੈ।
ਮਾਰੂ ਸੋਲ੍ਹੇ ਮਹੱਲਾ ਪਹਿਲਾ। ਗੁਰ ਬਿਨ ਉਰਝ ਮਰੈ ਬੇਕਾਰਾ, ਜਮ ਸਿਰ ਮਾਰੇ ਕਰੇ ਖੁਆਰਾ। ਬਾਧੇ ਮੁਕਤ ਨਾਹੀ ਨਰ ਨਿੰਦਕ, ਡੂਬੈ ਨਿੰਦ ਪਰਾਈ ਹੈ। ਮਾਰੂ ਮਹੱਲਾ ਪਹਿਲਾ। ਖਾਜੈ ਪੈਜੈ ਰਲੀ ਕਰੀਜੈ, ਬਿਨ ਅਬ ਭਗਤੀ ਬਾਦ ਮਰੀਜੈ। ਸਰ ਅਪਸਰ ਕੀ ਸਾਰ ਨ ਜਾਣੈ, ਜਮ ਮਾਰੇ ਕਿਆ ਚਾਰਾ ਹੈ। ਮਾਰੂ ਮਹੱਲਾ ਪਹਿਲਾ। ਜਿਸ ਬਿਸਰਿਐ ਜਮ ਜੂਹਣ ਲਾਗੈ, ਸਭ ਸੁਖ ਜਾਹੇ ਦੁੱਖਾਂ ਫੁਨ ਆਗੈ। ਰਾਮ ਨਾਮ ਜਪ ਗੁਰਮੁਖ ਜੀੜੇ, ਇਹੋ ਪਰਮ ਤਤ ਵਿਚਾਰਾ ਹੈ। ਅੰਤ ਕਾਲ ਜਮ ਜੋਹ ਨ ਸਾਕੈ, ਹਰ ਬੋਲੋ ਰਾਮ ਪਿਆਰਾ ਹੈ। ਸਤਿਗੁਰ ਪੁਰਖ ਦਾਤਾ ਵਡ ਦਾਣਾ, ਜਿਸ ਅੰਤਰ ਸਾਚ ਸੋ ਸ਼ਬਦ ਸਮਾਣਾ। ਜਿਸ ਕੋ ਸਤਿਗੁਰ ਮੇਲ ਮਿਲਾਏ, ਤਿਸ ਚੂਕਾ ਜਮ ਭੈ ਭਾਰਾ ਹੈ। ਸਾਕਤ ਜਮ ਕੀ ਕਾਣ ਨ ਚੂਕੈ, ਜਮ ਕਾ ਡੰਡ ਨ ਕਬਹੂ ਮੂਕੈ। ਬਾਕੀ ਧਰਮ ਰਾਏ ਕੀ ਲੀਜੈ, ਸਿਰ ਅਫਰਿਓ ਭਾਰ ਅਫਾਰਾ ਹੈ। ਮਾਰੂ ਮਹੱਲਾ ਪਹਿਲਾ। ਕੂੜ ਕਲਰ ਤਨ ਭਸਮੈ ਢੇਰੀ, ਬਿਨ ਨਾਵੈ ਕੈਸੀ ਪਤ ਤੇਰੀ। ਬਾਧੇ ਮੁਕਤ ਨਾਹੀ ਜੁਗ ਚਾਰੇ, ਜਮ ਕੰਕਰ ਕਾਲ ਪਰਾਤਾ ਹੈ। ਜਮ ਦਰ ਬਾਧੇ ਮਿਲੈ ਸਜ਼ਾਈ, ਤਿਸ ਅਪਰਾਧੀ ਗਤ ਨਹੀਂ ਕਾਈ। ਕਰਨ ਪਲਾਵ ਕਰੇ ਬਿਲ ਲਾਵੈ, ਜਿਉ ਕੁੰਡੀ ਮੀਨ ਪਰਾਤਾ ਹੈ। ਸਾਕਤ ਫਾਸੀ ਪੜੈ ਇਕੇਲਾ, ਜਮ ਵਸ ਕੀਆ ਅੰਧ ਦੁਹੇਲਾ। ਰਾਮ ਨਾਮ ਬਿਨ ਮੁਕਤ ਨ ਸੂਝੈ, ਆਜ ਕਾਲ ਪਚ ਜਾਤਾ ਹੈ। ਮਾਰੂ ਮਹੱਲਾ ਪਹਿਲਾ। ਹਰ ਕੇ ਲੋਗ ਨਹੀਂ ਜਮ ਮਾਰੈ, ਨਾ ਦੁਖ ਦੇਖੈ ਪੰਥ ਕਰਾਰੈ। ਰਾਮ ਨਾਮ ਘਟ ਅੰਤਰ ਪੂਜਾ, ਅਵਰ ਨ ਦੂਜਾ ਕਾਹਾ ਹੈ। ਮਾਰੂ ਮਹੱਲਾ ਪਹਿਲਾ। ਨਦਰ ਕਰੇ ਪੂਰਾ ਗੁਰ ਭੇਟੈ, ਜਮ ਜੰਦਾਰ ਨ ਮਾਰੈ ਫੇਟੈ। ਜਿਉ ਜਲ ਅੰਤਰ ਕਮਲ ਬਿਗਾਸੀ, ਆਪੇ ਬਿਗਸ ਧਿਆਇਂਦਾ। ਮਾਰੂ ਮਹੱਲਾ ਪਹਿਲਾ। ਦੁਖ ਪੈ ਭੰਜਨ ਪ੍ਰਭ ਅਬਿਨਾਸ਼ੀ, ਰੋਗ ਕਟੇ ਕਾਟੀ ਜਮ ਫਾਸੀ। ਨਾਨਕ ਹਰ ਪ੍ਰਭ ਸੋ ਭਉ ਭੰਜਨ, ਗੁਰ ਮਿਲਿਆ ਹਰ ਪ੍ਰਭ ਪਾਇਆ। ਮਾਰੂ ਮਹੱਲਾ ਪਹਿਲਾ। ਗੁਰਮਤਿ ਲੇਵੋ ਹਰ ਲਿਵ ਤਰੀਐ, ਅਕਲ ਗਾਏ ਜਮ ਤੇ ਕਿਆ ਡਰੀਐ। ਜਤ ਜਤ ਦੇਖੋ ਤਤ ਤਤ ਤੁਮ ਹੀ, ਅਵਰ ਨ ਦੁਤੀਆ ਗਾਇਆ। ਉਪਜੈ ਬਿਨਸੈ ਬੰਧਨ ਬੰਧੇ, ਹਉਮੈ ਮਾਇਆ ਕੇ ਗਲ ਫੰਧੇ। ਜਿਸ ਰਾਮ ਨਾਮ ਨਾਹੀ ਮਤ ਗੁਰਮਤ, ਸੋ ਜਮਪੁਰ ਬੰਧ ਚਲਾਇਆ। ਗੁਰਮਤਿ ਲੇਹੁ ਤਰੋ ਸਚ ਤਾਰੀ, ਆਤਮ ਚੀਨੋ ਹਿਰਦੈ ਮੁਰਾਰੀ। ਜਮ ਕੇ ਫਾਹੇ ਕਾਟੈ ਹਰ ਜਪ, ਅਕੁਲ ਨਿਰੰਜਨ ਪਾਇਆ। ਮਾਰੂ ਮਹੱਲਾ ਪਹਿਲਾ। ਜਿਨ ਜਪ ਜਪਿਓ ਸਤ ਗੁਰਮਤਿ ਵਾਕੇ, ਜਮ ਕੰਕਰ ਕਾਲ ਸੇਵਕ ਪਗ ਤਾਕੇ। ਊਤਮ ਸੰਗਤ ਗਤ ਮਿਤ ਊਤਮ, ਜਗ ਭਉਜਲ ਪਾਰ ਤਰਾਇਆ। ਮਾਰੂ ਮਹੱਲਾ ਪਹਿਲਾ। ਜੋ ਆਇਆ ਸੋ ਸਭ ਕੋ ਜਾਸੀ, ਦੂਜੈ ਭਾਏ ਬਾਧਾ ਜਮ ਫਾਸੀ। ਸਤਿਗੁਰ ਰਾਖੇ ਸੇ ਜਨ ਉਬਰੇ, ਸਾਚੇ ਸਾਚ ਸਮਾਈ ਹੈ। ਮਾਰੂ ਮਹੱਲਾ ਤੀਜਾ। ਸਭ ਆਵਣ ਜਾਣ ਹਾਰਾ ਸੰਸਾਰ, ਦੂਜੇ ਭਾਏ ਦਾ ਪੁਜਾਰੀ ਹੋਣ ਕਰਕੇ। ਜਮ ਦੀ ਫਾਂਸ ਵਿੱਚ ਜ਼ਰੂਰ ਪਵੇਗਾ। ਸਹੀ ਜਨ ਉਬਰਨਗੇ, ਜਿਨ੍ਹਾਂ ਦਾ ਰਾਖਾ ਸਤਿਗੁਰੂ ਹੋਵੇਗਾ। ਸਤਿਗੁਰੂ ਸਿੱਖਾਂ ਦਾ ਹੀ ਰਖਵਾਲਾ ਹੈ। ਮੇਰੀ ਮੇਰੀ ਕਰਤ ਵਿਹਾਣੀ, ਮਨਮੁਖ ਨਾ ਬੂਝੈ ਫਿਰੈ ਇਆਣੀ। ਜਮ ਕਾਲ ਘੜੀ ਮੋਹਤ ਨਿਹਾਲੇ, ਅੰਦਿਨ ਆਰਜਾ ਛੀਜੈ ਹੈ। ਅੰਤਰ ਲੋਭ ਕਰੈ ਨਹੀਂ ਬੂਝੈ, ਸਿਰ ਉਪਰ ਜਮ ਕਾਲ ਨਾ ਸੂਝੈ। ਐਥੈ ਕਮਾਣਾ ਸੋ ਅੱਗੇ ਆਇਆ, ਅੰਤ ਕਾਲ ਕਿਆ ਕੀਜੈ ਹੈ। ਮਾਰੂ ਮਹੱਲਾ ਤੀਜਾ। ਇੰਦਰ ਇੰਦਰਾਸਣ ਬੈਠੇ, ਜਮ ਕਾ ਭਉ ਪਾਵੈ। ਜਮ ਨਾ ਛੋਡੈ ਬਹੁ ਕਰਮ ਕਮਾਵੈ। ਸਤਿਗੁਰ ਭੇਟੈ ਤਾਂ ਮੁਕਤ ਪਾਈਐ, ਹਰ ਹਰ ਰਸਨਾ ਪੀਜੈ ਹੈ। ਮਾਰੂ ਮਹੱਲਾ ਤੀਜਾ। ਇੰਦਰ ਆਦਿਕਾਂ ਨੂੰ ਵੀ ਆਪਣੀ ਇੰਦਰਾਸਣ ਵਿਖੇ ਬੈਠਿਆਂ ਜਮ ਦਾ ਭਉ ਵਿਆਪ ਰਿਹਾ ਹੈ। ਚਾਹੇ ਉਹ ਕਿਤਨੇ ਹੀ ਕਰਮ ਕਮਾ ਲੈਣ, ਪਰ ਉਹਨਾਂ ਨੂੰ ਜਮ ਨਹੀਂ ਛੱਡੇਗਾ, ਜ਼ਰੂਰ ਕਸਰਾਂ ਕੱਢੇਗਾ। ਸਤਿਗੁਰੂ ਨੂੰ ਭੇਟੇ ਬਿਨਾਂ ਇਹਨਾਂ ਇੰਦਰ ਆਦਿ ਦੇਵਤਿਆਂ ਦਾ ਵੀ ਜਮ ਤੋਂ ਛੁਟਕਾਰਾ ਨਹੀਂ ਹੋਣਾ। ਆਪੇ ਸਾਜੇ ਸ੍ਰਿਸ਼ਟ ਉਪਾਏ, ਵਿਰਲੇ ਕੋ ਗੁਰ ਸ਼ਬਦ ਬੁਝਾਏ। ਸਤਿਗੁਰ ਸੇਵੈ ਸੇ ਜਨ ਸਾਚੇ, ਕਾਟੇ ਜਮ ਕਾ ਫਾਹਾ ਹੈ। ਭੰਨੈ ਘੜੇ ਸਵਾਰੇ ਸਾਜੇ, ਮਾਇਆ ਮੋਹ ਦੂਜੈ ਜੰਤ ਪਾਜੇ। ਮਨਮੁਖ ਫਿਰੈ ਸਦਾ ਅੰਧ ਕਮਾਵੈ, ਜਮ ਕਾ ਜੇਵੜਾ ਗਲ ਫਾਹਾ ਹੈ। ਮਾਰੂ ਮਹੱਲਾ ਤੀਜਾ। ਸੇ ਮਨਮੁਖ ਜੋ ਸ਼ਬਦ ਨ ਪਛਾਣੈ, ਗੁਰ ਕੇ ਭੈ ਕੀ ਸਾਰ ਨ ਜਾਣੈ। ਭੈ ਬਿਨ ਕਿਉ ਨਿਰਭਉ ਸਚ ਪਾਈਐ, ਜਮ ਕਾਢ ਲਏਗਾ ਸਾਹਾ ਹੈ।
ਅਫਰਿਓ ਜਮ ਮਾਰਿਆ ਨਾ ਜਾਈ, ਗੁਰ ਕੈ ਸ਼ਬਦੇ ਨੇੜ ਨਾ ਆਈ। ਸ਼ਬਦ ਸੁਣੇ ਤਾਂ ਦੂਰੋਂ ਭਾਗੈ, ਮਤ ਮਾਰੇ ਹਰ ਜਿਉ ਵੇ ਪਰਵਾਹਾ ਹੈ। ਹਰ ਜਿਉ ਕੀ ਹੈ ਸਭ ਸਿਰਕਾਰਾ, ਇਹੋ ਜਮ ਕਿਆ ਕਰੇ ਵਿਚਾਰਾ। ਹੁਕਮੀ ਬੰਦਾ ਹੁਕਮ ਕਮਾਵੈ, ਹੁਕਮੇ ਕੱਢਦਾ ਸਾਹਾ ਹੈ। ਮਾਰੂ ਮਹਲਾ ਤੀਜਾ। ਮਨਮੁੱਖਾਂ ਦੀ ਤਾਰੀਫ ਡੈਫੀਨੀਸ਼ਨ ਇਸ ਗੁਰਵਾਕ ਅੰਦਰ ਦਿੱਤੀ ਗਈ ਹੈ। ਮਨਮੁੱਖ ਉਹ ਹਨ ਜੋ ਗੁਰ ਸ਼ਬਦ ਨਹੀਂ ਪਛਾਣਦੇ, ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਦੀ ਸਾਰ ਨਹੀਂ, ਨਾ ਜਿਨ੍ਹਾਂ ਨੂੰ ਗੁਰੂ ਕੇ ਭੈ ਦੀ ਸਾਰ ਹੈ। ਅਰਥਾਤ ਗੁਰੂ ਅਤੇ ਗੁਰ ਸ਼ਬਦ ਉੱਤੇ ਉਹਨਾਂ ਦੀ ਸ਼ਰਧਾ ਯਕੀਨ ਭਉ ਭਾਵਨੀ ਹੀ ਨਹੀਂ। ਗੁਰ ਉੱਪਰ ਭੈ ਭਾਵਨੀ ਜਾਂ ਯਕੀਨ ਸ਼ਰਧਾ ਲਿਆਏ ਬਿਨਾ ਵਾਹਿਗੁਰੂ ਨਿਰਭਉ ਸੱਚੇ ਸਾਹਿਬ ਨੂੰ ਨਹੀਂ ਪਾਇਆ ਜਾ ਸਕਦਾ। ਬਸ ਸਾਰਿਆਂ ਮਨਮੁੱਖਾਂ ਦਾ ਸਾਹ ਪੀਣ ਨੂੰ ਜਮ ਤਿਆਰ ਬੈਠਾ ਹੈ, ਜੋ ਜ਼ਰੂਰ ਇਹਨਾਂ ਦਾ ਸਾਹ ਕੱਢ ਕੇ ਹਟੇਗਾ, ਟਲੇਗਾ ਨਹੀਂ, ਕਿਸੇ ਦੇ ਸਿਰ ਤੋਂ ਵੀ ਨਹੀਂ ਟਲਦਾ। ਪਰ ਜਿੱਥੇ ਗੁਰੂ ਦਾ ਸ਼ਬਦ ਹੈ ਉੱਥੇ ਨੇੜੇ ਨਹੀਂ ਟੁਕਦਾ। ਸ਼ਬਦ ਨੂੰ ਸੁਣ ਕੇ ਦੂਰੋਂ ਹੀ ਭੱਜ ਜਾਂਦਾ ਹੈ, ਡਰਦਾ ਮਾਰਿਆ ਮਤੇ ਵਾਹਿਗੁਰੂ ਬੇਪਰਵਾਹ ਦੀ ਮਾਰ ਪਵੇ। ਇਹ ਜਮ ਆਦਿਕ ਸਭ ਵਾਹਿਗੁਰੂ ਦੀ ਹੀ ਰਈਅਤ ਰਿਆਇਆ ਹਨ। ਇਸ ਜਮ ਵਿਚਾਰੇ ਦਾ ਉੱਥੇ ਚਾਰਾ ਕੁਝ ਨਹੀਂ ਚੱਲਦਾ। ਸੋ ਇਹ ਜਮ ਤਾਂ ਵਾਹਿਗੁਰੂ ਬੇਪਰਵਾਹ ਦਾ ਹੁਕਮੀ ਬੰਦਾ ਹੈ। ਹੁਕਮੀ ਹੀ ਕਾਰ ਕਮਾਉਂਦਾ ਅਤੇ ਹੁਕਮ ਅਨੁਸਾਰੀ ਹੋ ਕੇ ਹੀ ਚੱਲਦਾ ਹੈ। ਉਸ ਦੇ ਹੁਕਮ ਅੰਦਰ ਹੀ ਸਾਹ ਕੱਢਦਾ ਹੈ। ਵਾਹਿਗੁਰੂ ਅਤੇ ਵਾਹਿਗੁਰੂ ਸ਼ਬਦ ਅਭੇਦ ਰੂਪ ਹੀ ਹਨ। ਤਾਂ ਤੇ ਜਿੱਥੇ ਵਾਹਿਗੁਰੂ ਨਾਮ ਹੈ ਉੱਥੇ ਵਾਹਿਗੁਰੂ ਵੀ ਹੈ। ਜਮ ਦਾ ਉੱਥੇ ਕੋਈ ਚਾਰਾ ਨਹੀਂ ਚੱਲਦਾ। ਜਿਸ ਖੱਟ ਵਿਖੇ ਵਾਹਿਗੁਰੂ ਨਾਮ ਵਸਦਾ ਹੈ। ਦਸੰਤਰ ਭਵੈ ਅੰਤਰ ਨਹੀਂ ਭਾਲੇ, ਮਾਇਆ ਮੋਹ ਬੱਧਾ ਜਮ ਕਾਲੇ। ਜਮ ਕੀ ਫਾਸੀ ਕਬਹੂ ਨ ਟੂਟੈ, ਦੂਜੈ ਭਾਏ ਪਰਮਾਇੰਦਾ। ਇਕ ਮਾਇਆ ਮੋਹ ਗਰਭ ਵਿਆਪੇ, ਹਉਮੈ ਹੋਏ ਰਹੇ ਹੈ ਆਪੇ। ਜਮ ਕਾਲੈ ਕੀ ਖਬਰ ਨ ਪਾਈ, ਅੰਤ ਗਿਆ ਪਛਤਾਇੰਦਾ। ਮਾਰੂ ਮਹਲਾ ਤੀਜਾ। ਹਉਮੈ ਕਰਦਿਆਂ ਜਨਮ ਗਵਾਇਆ, ਆਗੈ ਮੋਹ ਨ ਚੂਕੈ ਮਾਇਆ। ਅੱਗੈ ਜਮਕਾਲ ਲੇਖਾ ਲੇਵੈ, ਜਿਉ ਤਿਲ ਘਾਣੀ ਪੀੜ ਆਇੰਦਾ। ਪੂਰੈ ਭਾਗ ਗੁਰ ਸੇਵਾ ਹੋਈ, ਨਦਰ ਕਰੇ ਤਾਂ ਸੇਵੇ ਕੋਈ। ਜਮ ਕਾਲ ਤਿਸ ਨੇੜ ਨ ਆਵੈ, ਮਹਿਲ ਸੱਚੈ ਸੁਖ ਪਾਇੰਦਾ। ਅਗਿਆਨੀ ਅੰਧੇ ਦੂਜੈ ਲਾਗੇ, ਬਿਨ ਪਾਣੀ ਡੁੱਬ ਮੂਏ ਅਭਾਗੇ। ਚਲਦਿਆਂ ਘਰ ਦਰ ਨਦਰ ਨ ਆਵੈ, ਜਮ ਦਰ ਬਾਧਾ ਦੁੱਖ ਪਾਇੰਦਾ। ਮਾਰੂ ਮਹਲਾ ਤੀਜਾ। ਗੁਰੂ ਸੇਵਕਾਂ ਸਿੱਖਾਂ ਦੇ ਤਾਂ ਜਮ ਨੇੜੇ ਹੀ ਨਹੀਂ ਜਾਵੇਗਾ। ਐ ਪਰ ਮਨਮੁੱਖਾਂ ਨੂੰ ਸਜ਼ਾ ਜ਼ਰੂਰ ਦੇਵੇਗਾ। ਐਸੀ ਸਜ਼ਾ ਜਿਵੇਂ ਕਿ ਤਿਲ ਕੋਲੂ ਵਿੱਚ ਘਾਣੀ ਪੀੜੀ ਦੇ ਹਨ। ਜਾਕੀ ਸੋਏ ਸੁਣੀ ਮਨ ਜੀਵੈ, ਹਿਰਦੈ ਵਸੈ ਤਾਂ ਠੰਡਾ ਥੀਵੈ। ਗੁਰਮੁਖੋਂ ਅਲਾਏ ਤਾਂ ਸੋਭਾ ਪਾਏ, ਤਿਸ ਜਮ ਕੈ ਪੰਥ ਨ ਪਾਇਣਾ। ਮਾਰੂ ਮਹਲਾ ਪੰਜਵਾਂ। ਵਾਹਿਗੁਰੂ ਵਾਹਿਗੁਰੂ ਗੁਰੂ ਗੁਰੂ ਮੁੱਖੋਂ ਅਲਾਉਣ ਕਰਕੇ ਜਮ ਦੇ ਪੈਂਡੇ ਨਹੀਂ ਪੈਣਾ ਪੈਂਦਾ। ਜਮ ਦੂਤ ਤਿਸ ਨਿਕਟ ਨ ਆਵੈ, ਸਾਧ ਸੰਗ ਹਰ ਕੀਰਤਨ ਗਾਵੈ। ਸਗਲ ਮਨੋਰਥ ਤਾਕੇ ਪੂਰਨ, ਜੋ ਸ਼੍ਰਮਣੀ ਪ੍ਰਭ ਕਾ ਜਸ ਸੁਨਾ। ਮਾਰੂ ਸੋਲ੍ਹੇ ਮਹਲਾ ਪੰਜਵਾਂ। ਸਤ ਸੰਗ ਵਿਖੇ ਜੁੜ ਕੇ ਹਰ ਕੀਰਤਨ ਗਾਵਣ ਹਾਰਿਆਂ ਦੇ ਜਮ ਨਿਕਟ ਨਹੀਂ ਜਾਂਦਾ। ਸਾਗਰ ਕੀਨਾ ਅਤ ਤੁਮ ਭਾਰਾ, ਇੱਕ ਖੜੇ ਰਸਾਤਲ ਕਰ ਮਨਮੁਖ ਗਾਵਾਰਾ। ਇਕ ਨਾ ਪਾਰ ਲੰਘਾਵੈ ਆਪੇ, ਸਤਿਗੁਰ ਜਿਨ ਕਾ ਸੱਚ ਬੇੜਾ। ਜਿਸੈ ਨਿਵਾਜੇ ਗੁਰਮੁਖ ਸਾਜੇ, ਨਾਮ ਵਸੈ ਤਿਸ ਅਨਹਦ ਵਾਜੇ। ਤਿਸ ਹੀ ਸੁਖ ਤਿਸ ਹੀ ਠਕੁਰਾਈ, ਤਿਸੈ ਨ ਆਵੈ ਜਮ ਨੇੜਾ। ਮਾਰੂ ਮਹਲਾ ਪੰਜਵਾਂ। ਮਾਇਆ ਵੇਖ ਨਾ ਭੁੱਲ ਤੂੰ ਮਨਮੁਖ ਮੂਰਖਾ, ਚਲਦਿਆਂ ਨਾਲ ਨਾ ਚੱਲਈ ਸਭ ਝੂਠ ਦਰਬ ਲਖਾ। ਅਗਿਆਨੀ ਅੰਧ ਨ ਬੂਝਈ, ਸਿਰ ਉਪਰ ਜਮ ਖੜਗ ਕਲਖਾ। ਗੁਰ ਪ੍ਰਸਾਦੀ ਉਬਰੇ ਜਿਨ ਹਰ ਰਸ ਚਖਾ। ਆਪ ਕਰਾਏ ਕਰੇ ਆਪ, ਆਪੇ ਹਰ ਰੱਖਾ। ਪੌੜੀ ਵਾਰ। ਮਾਰੂ ਮਹਲਾ ਤੀਜਾ। ਮਨਮੁਖ ਕਾਲ ਵਿਆਪਦਾ, ਮੋਹ ਮਾਇਆ ਲਾਗੇ। ਖਿਨ ਮੈਂ ਮਾਰ ਪਛਾੜਸੀ, ਭਾਏ ਦੂਜੈ ਠਾਗੇ। ਫਿਰ ਵੇਲਾ ਹੱਥ ਨ ਆਵਈ, ਜਮ ਕਾ ਡੰਡ ਲਾਗੇ। ਤਿਨ ਜਮ ਡੰਡ ਨ ਲੱਗਈ, ਜੋ ਹਰ ਲਿਵ ਜਾਗੇ। ਵਾਰ। ਮਾਰੂ ਮਹਲਾ ਤੀਜਾ। ਪੂਰਬ ਪ੍ਰੀਤ ਪਿਰਾਣ ਲੈ, ਮੋਟੋ ਠਾਕੁਰ ਮਾਣ। ਮਾਥੈ ਉਭੈ ਜਮ ਮਾਰਸੀ, ਨਾਨਕ ਮੇਲਣ ਨਾਮ। ਵਾਰ। ਮਾਰੂ ਮਹਲਾ ਪਹਿਲਾ। ਹਰ ਜਨ ਨੇੜ ਨ ਆਵਈ, ਜਮ ਕੰਕਰ ਜਮ ਕੱਲੈ। ਵਾਰ। ਮਾਰੂ ਮਹਲਾ ਤੀਜਾ।
जिस मन वसै पार ब्रह्म निकट न आवै पीर भुख तिख तिस न व्यापई जम नहीं आवै नीर। दखणे मारू वार महला पंजवां। जब जम आए केस ते पकड़ै तै हर को नाम छडावन। रहाओ मारू कबीर जियो। जो जम आए केस गह पटकै तां दिन किछ न बसाहेगा सिमरन भजन दया नहीं कीनी तो मुख चोटां खाहेगा। कबीर मारू। दूजा पहर भया जाग अचेती राम वखर राख मुये खाजै खेती राम राखो खेती हर गुर हेती जागत चोर न लागै जम मग न जावो ना दुख पावो जम का डर भव भागै। तुखारी महला पहला। ए मन मेरिया तू समझ अचेत इयाणिया राम। ए मन मेरिया छड़ अवगण गुणी समाणिया राम। बहु साध लुभाणे किरत कमाणे विछुड़िया नहीं मेला क्यों दुतर तरियै जम डर मरियै जम का पंथ दुहेला। तुखारी महला पहला। गुर बचन मार्ग जो पंथ चाले तिन जम जा गाती नेड़ न आया। तुखारी महला चौथा। बिन नामै मनमुख जमपुर जाहें औखे होवैं चोटां खाहें। भैरो महला तीजा। ममता काल सब रोग व्यापे तिन जम की है सिर कारा गुरमुख प्राणी जम नेड़ न आवै जिन हर राख्या उरधारा। भैरो महला तीजा। नाम लैत जम नेड़ न आवै नाम लैत दरगाह सुख पावै। भैरो महला पंजवां। संत मंडल में जन्म मरण रहै संत मंडल में जम किछु न कहै। भैरो महला पंजवां। सदा सखाई हर हर नाम जिस चीत आवै तिस सदा सुख होवै निकट न आवै ताकै जाम। रहाओ भैरो महला पंजवां। जन्म मरण की मिटी जम त्रास साध संगत ऊंद कमल बिगास। भैरो महला पंजवां। अपने सेवक को सदा प्रतिपारै भगत जना के सास निहारै मानस की को केतक बात जमते राखै देकर हाथ। भैरो महला पंजवां। नाम लैत किछ बिघन न लागै नाम सुनत जम दूरों भागै। हर सिमरत किछ चाख न जोहै हर सिमरत दैंत देव न पोहै। भैरो महला पंजवां। हर के लोक सदा गुण गावै तिन को मिलिया पूरन धाम जन का दर्श बांछै दिन राती होए पुनीत धर्म राय जाम। भैरो महला पंजवां। संत जना को जम जोह न साकै रत्ती अंच दूख न लाई। भैरो महला तीजा। इहो मन छूटै जां सतगुर भेटै जम काल की फिर आवै न फेटै। बसंत महला तीजा। भगत बिहूना खंड खंड बिन बूझे जम देत डंड। बसंत महला पंजवां। दुलभ दे जप होत पुनीता जम की त्रास निवारै महापतित के पातिक उतरै हर नामा उरधारै। सारंग महला पंजवां। जो होए कृपाल दीन दुख भंजन जम ते होवै धर्म राये। सारंग महला पंजवां। जब जम आए संघारै प्राणी तब तुमरो कौन हवाल। सारंग महला पंजवां। हर का सिमरन निमख न सिमरियो जम कंकर करत खुआर। सारंग महला पंजवां। महाबज्जर बिख ब्यादी सिर उठाई पोट उघर गईयां खिनै भीतर जमै ग्रासे झोट। सारंग महला पंजवां। निंदक जम दूती आए संघारियो देवैं मूंड उपर मटाक। सारंग महला पंजवां। माई री काटी जम की फास हर हर जपत सर्ब सुख पाए बीचे ग्रस्त उदास। रहाओ सारंग महला पंजवां। खात पीवत हस्त सोवत औध बिति असार नरक उदर भ्रमंत जलतो जमै कीनी सार। सारंग महला पंजवां। सर्ब कुशल सुख बिसराम आनंदा आनंद नाम जम की कछ नाहि त्रास सिमर अंतर जामी। सारंग महला पंजवां। पुत्र कलत्र मोह हेत है सब दुख सबाया जमदर बद्धे मारियैं भरमै भरमाया मनमुख जन्म गवाया नानक हर पाया। सारंग की वार महला चौथा।
ਨਾਏ ਸੁਣਿਐ ਸੁਚ ਸੰਜਮੋ ਜਮ ਨੇੜ ਨਾ ਆਵੈ। ਸਾਰੰਗ ਕੀ ਵਾਰ ਮਹਲਾ ਚੌਥਾ। ਸਤਿਗੁਰ ਕੈ ਭਾਣੈ ਜੋ ਚੱਲੈ ਹਰ ਸੇਤੀ ਰਲਿਆ। ਜਮ ਕਾਲ ਜੋਹ ਨਾ ਸਕਈ ਘਟ ਚਾਨਣ ਬਲਿਆ। ਸਾਰੰਗ ਕੀ ਵਾਰ। ਜਿਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੈ ਹੋਰ। ਨਾਨਕ ਜੰਪੁਰ ਬੱਧੇ ਮਾਰੀਐ ਜਿਉ ਸੰਨੀ ਉੱਪਰ ਚੋਰ। ਸ਼ਲੋਕ ਮਹਲਾ ਤੀਜਾ। ਵਾਰ ਸਾਰੰਗ। ਸਭ ਕੋ ਲੇਖੇ ਵਿੱਚ ਹੈ ਮਨਮੁਖ ਅਹੰਕਾਰੀ। ਹਰ ਨਾਮ ਕਦੇ ਨਾ ਚੇਤਈ ਜਮ ਕਾਲ ਸਿਰ ਮਾਰੀ। ਸਾਰੰਗ ਕੀ ਵਾਰ। ਆਸ ਕਰੇ ਸਭ ਲੋਕ ਬਹੁ ਜੀਵਨ ਜਾਣਿਆ। ਨਿਤ ਜੀਵਨ ਕੋ ਚਿੱਤ ਗੜ ਮੰਡਪ ਸਵਾਰਿਆ। ਵਲਵੰਚ ਕਰ ਉਪਾਵ ਮਾਇਆ ਹਿਰ ਆਣਿਆ। ਜਮ ਕਾਲ ਨਿਹਾਲੇ ਸਾਸ ਆਵ ਘਟੈ ਬੇਤਾਲਿਆ। ਨਾਨਕ ਗੁਰ ਸ਼ਰਣਾਈ ਉਬਰੇ ਹਰ ਗੁਰ ਰਖਵਾਲਿਆ। ਸਾਰੰਗ ਕੀ ਵਾਰ। ਪੜ ਪੜ ਪੰਡਿਤ ਵਾਦ ਵਖਾਣਦੇ ਮਾਇਆ ਮੋਹ ਸੁਆਏ। ਦੂਜੈ ਭਾਏ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜ਼ਾਏ। ਜਿਨ ਕੀਤੇ ਤਿਸੈ ਨਾ ਸੇਵਨੀ ਦਿੰਦਾ ਰਿਜ਼ਕ ਸਮਾਏ। ਜਮ ਕਾ ਫਾਹਾ ਗਲੋਂ ਨਾ ਕਟਿਐ ਫਿਰ ਆਵੈ ਜਾਏ। ਸ਼ਲੋਕ ਮਹਲਾ ਤੀਜਾ। ਵਾਰ ਸਾਰੰਗ। ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਕਤ ਵਾਰ ਜਮਦੂਤ। ਇੱਕ ਦੁੱਖ ਰੋਗ ਲੱਗੈ ਤਨ ਧਾਏ ਵੈਦ ਨਾ ਭੋਲੇ ਦਾਰੂ ਲਾਏ। ਮਲਾਰ ਮਹਲਾ ਪਹਿਲਾ। ਮਨਮੁਖ ਸਦਾ ਵਿਛੜੇ ਫਿਰੈ ਕੋਈ ਨਾ ਕਿਸੀ ਨਾਲ। ਹਉਮੈ ਵੱਡਾ ਰੋਗ ਹੈ ਸਿਰ ਮਾਰੇ ਜਮ ਕਾਲ। ਮਲਾਰ ਮਹਲਾ ਤੀਜਾ। ਭ੍ਰਮ ਭ੍ਰਮ ਜੋਨ ਮਨਮੁਖ ਭਰਮਾਈ ਜਮ ਕਾਲ ਮਾਰੇ। ਨਿਤ ਪਤ ਗਵਾਈ ਸਤਿਗੁਰ ਸੇਵਾ ਜਮ ਕੀ ਕਾਣ ਚੁਕਾਈ। ਮਲਾਰ ਮਹਲਾ ਤੀਜਾ। ਹਰ ਕੇ ਚਰਨ ਅਰਾਧੀਐ ਗੁਰ ਸ਼ਬਦ ਰਤਨਾਗਰ। ਮਿਲ ਸਾਧੂ ਸੰਗ ਉਧਾਰ ਹੋਏ ਫਾਟੈ ਜਮ ਕਾਗਰ। ਕਾਨੜੇ ਕੀ ਵਾਰ ਮਹਲਾ ਚੌਥਾ। ਗੁਰਮੁਖਾਂ ਨੂੰ ਜਿਉ ਕਹਿਣ ਦਾ ਫਲ। ਤੁਧ ਸਾ ਲਾਹਨ ਤਿਨ ਧਨ ਪੱਲੈ ਨਾਨਕ ਕਾ ਧਨ ਸੋਈ। ਜੇ ਕੋ ਜਿਉ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਪ੍ਰਭਾਤੀ ਮਹਲਾ ਪਹਿਲਾ। ਇੱਥੇ ਤਾਂ ਹੱਦ ਹੀ ਮੁੱਕ ਗਈ। ਨਾਮ ਧਨ ਦੇ ਵਪਾਰੀਆਂ ਨਾਮ ਸਲਾਹਣਹਾਰ ਨਾਮ ਭੰਡਾਰੀਆਂ ਨੂੰ ਜੇ ਕੋਈ ਜਿਉ ਕਹਿ ਕੇ ਵੀ ਬੁਲਾਉਂਦਾ ਹੈ ਤਿਸ ਜਿਉ ਕਹਿਣ ਹਾਰੇ ਦੇ ਨੇੜੇ ਅੰਤ ਸਮੇਂ ਜਮ ਨਹੀਂ ਆਉਂਦਾ। ਇਹ ਗੱਲ ਪ੍ਰਤੱਖ ਪਰਤਿਆਏ ਕੇ ਦੇਖੀ ਹੋਈ ਹੈ। ਹੁਣੇ ਕੋਈ 5-7 ਸਾਲ ਹੋਏ ਸਾਡੇ ਪਿੰਡ ਇੱਕ ਸਧਾਰਨ ਜਿਹਾ ਅਨਪੜ੍ਹ ਆਦਮੀ ਜਦੋਂ ਚੜਨ ਲੱਗਾ ਤਾਂ ਬੜਾ ਹੀ ਖੁਸ਼ੋ ਖੁਰਮ ਸੀ। ਉਸ ਦੀ ਜ਼ੁਬਾਨ ਉੱਤੇ ਹਾਏ ਨਹੀਂ ਆਈ। ਹੰਸੂ ਹੰਸੂ ਕਰਦਾ ਰਿਹਾ। ਨਾ ਉਹ ਕੁਝ ਪੜ੍ਹਿਆ ਸੀ ਨਾ ਕੁਝ ਗੁਣਿਆ ਸੀ। ਇੱਕ ਅੱਖਰ ਵੀ ਗੁਰਮੁਖੀ ਦਾ ਨਹੀਂ ਸੀ ਜਾਣਦਾ। ਨਾਮ ਬਾਣੀ ਤੋਂ ਉੱਕਾ ਹੀ ਅਗਿਆਤ ਸੀ। ਇੰਦਰ ਸਿੰਘ ਉਸ ਦਾ ਨਾਮ ਸੀ। ਛੋਟੇ ਹੁੰਦੇ ਤੋਂ ਹੀ ਮੇਰਾ ਹਮਜੋਲੀ ਰਿਹਾ ਹੈ। ਪਰ ਬਹੁਤਾ ਰਾਏਪੁਰ ਚੱਲਣਾ ਦੇ ਗੁਰਦੁਆਰੇ ਗੁਰਮੁਖ ਭਾਈ ਸੱਜਣ ਸਿੰਘ ਪਾਸ ਰਿਹਾ ਕਰਦਾ ਸੀ। ਉੱਥੇ ਹੱਥੀਂ ਸੇਵ ਕਮਾਉਂਦਾ ਸੀ। ਆਏ ਗਏ ਦੀ ਆਓ ਭਗਤ ਬੜੇ ਹੀ ਆਦਰ ਭਾਵ ਨਾਲ ਕਰਦਾ ਸੀ। ਇਹ ਉਸ ਦਾ ਸੁਭਾਅ ਹੋ ਚੁੱਕਾ ਸੀ। ਹਰੇਕ ਆਦਮੀ ਨੂੰ ਖਾਸ ਕਰ ਗੁਰਸਿੱਖਾਂ ਨੂੰ ਜਿਉ ਕਹਿ ਕੇ ਹੀ ਬੋਲਦਾ ਸੀ। ਇਹ ਉਸ ਦੀ ਆਦਤ ਹੀ ਪੱਕ ਚੁੱਕੀ ਸੀ। ਫਿੱਕਾ ਬੋਲਣਾ ਤਾਂ ਜਾਣਦਾ ਹੀ ਨਹੀਂ ਸੀ। ਫਿਰਦਾ ਤੁਰਦਾ ਸੇਵ ਕਮਾਉਂਦਾ ਹੀ ਬਿਮਾਰ ਹੋ ਗਿਆ। 2-4 ਦਿਨ ਹੀ ਮੰਜੇ ਤੇ ਪਿਆ। ਗੁਰਮੁਖ ਪਿਆਰੇ ਭਾਈ ਸੱਜਣ ਸਿੰਘ ਨੇ ਤਾਂ ਉਸ ਦੀ ਪੁੱਜ ਕੇ ਸੇਵਾ ਕੀਤੀ। ਭਾਈ ਸਾਹਿਬ ਦੱਸਦੇ ਹਨ ਕਿ ਇੱਕ ਵਾਰ ਵੀ ਉਸ ਦੇ ਮੂੰਹੋਂ ਹਾਏ ਨਹੀਂ ਨਿਕਲੀ। ਜਦ ਪੁੱਛਣਾ ਇੰਦਰ ਸਿੰਘ ਕੀ ਹਾਲ ਹੈ, ਬੜਾ ਤਕੜਾ ਹਾਂ ਉੱਤਰ ਆਉਂਦਾ। ਉਦਾਲੇ ਦੇ ਸਿੰਘਾਂ ਨੂੰ ਜਿਉ ਜਿਉ ਕਰਦਾ ਹੀ ਚਲਾਣਾ ਕਰ ਗਿਆ। ਮਾਸਾ ਦੁੱਖ ਨਹੀਂ ਹੋਇਆ। ਆਤਮ ਕਮਾਈ ਵਾਲੇ ਸਾਡੇ ਭਾਈ ਸੱਜਣ ਸਿੰਘ ਜੀ ਦੱਸਦੇ ਹਨ ਜੋ ਹੁਣ ਤਾਈਂ ਮੌਜੂਦ ਹਨ ਕਿ ਭਾਈ ਇੰਦਰ ਸਿੰਘ ਨੂੰ ਬਸ ਜਿਉ ਜਿਉ ਹੀ ਤਾਰ ਗਿਆ। ਅੰਤਕਾਲ ਜੰਮਾਂ ਦੇ ਪੈ ਦੁੱਖ ਤੋਂ ਨਿਰਵਾਰ ਗਿਆ। ਸੰਤਾਂ ਕੀ ਰੇਣ ਸਾਧ ਜਨ ਸੰਗਤ ਹਰ ਕੀਰਤ ਤਰ ਤਾਰੀ। ਕਹਾਂ ਕਰੈ ਬਪੁਰਾ ਜਮ ਡਰ ਪੈ ਗੁਰਮੁਖ ਹਿਰਦੈ ਮੁਰਾਰੀ। ਪ੍ਰਭਾਤੀ ਮਹਲਾ ਪਹਿਲਾ। ਨਾਮ ਲਾਗੈ ਦੁਖ ਭਾਗੈ ਸ਼ਰਨ ਪਾਲਨ ਜੋਗ। ਸਤਿਗੁਰ ਭੇਟੈ ਜਮ ਨ ਤੇਟੈ ਜਿਸ ਧੁਰ ਹੋਵੈ ਸੰਜੋਗ। ਪ੍ਰਭਾਤੀ ਮਹਲਾ ਪੰਜਵਾਂ। ਕਬੀਰ ਉਜਲ ਪਹਿਰੈ ਕਪਰੇ ਪਾਨ ਸੁਪਾਰੀ ਖਾਹੇ। ਇਕਸ ਹਰ ਕੇ ਨਾਮ ਬਿਨ ਬਾਧੇ ਜਮਪੁਰ ਜਾਹੇ। ਸ਼ਲੋਕ ਕਬੀਰ ਜੀ। ਕਬੀਰ ਮੇਰੀ ਬੁੱਧ ਕਉ ਜਮ ਨ ਕਰੈ ਤਿਸਕਾਰ। ਜਿਨ ਇਹੋ ਜਮੂਆ ਸਿਰਜਿਆ ਸੋ ਜਪਿਆ ਪਰਵਿਦਗਾਰ। ਸ਼ਲੋਕ ਕਬੀਰ ਜੀ।
ਇਸ ਗੁਰਵਾਕ ਤੋਂ ਵੀ ਸਿੱਧ ਹੁੰਦਾ ਹੈ ਕਿ ਜੰਮ ਕਰਤੇ ਪੁਰਖ ਸਿਰਜਣਹਾਰ ਦਾ ਹੀ ਰਚਿਆ ਹੋਇਆ ਹੈ, ਐਵੇਂ ਫਰਜ਼ੀ ਹੋਂਦ ਨਹੀਂ। ਕਬੀਰ ਗਹਿਗਚ ਪਰਿਓ ਕੁਟੰਬ ਕੈ, ਕਾਂਠੈ ਰਹਿ ਗਇਓ ਰਾਮ, ਆਏ ਪਰੇ ਧਰਮ ਰਾਏ ਕੇ, ਬੀਚੈ ਧੂਮਾ ਧਾਮ। ਧਰਮ ਰਾਏ ਕੇ ਤੋਂ ਭਾਵ ਜਮਦੂਤ ਹੈ। ਕਬੀਰ ਪਾਟਨ ਤੇ ਊਜਰ ਭਲਾ, ਰਾਮ ਭਗਤ ਜਹ ਠਾਏ, ਰਾਮ ਸਨੇਹੀ ਬਾਹਰਾ, ਜਮਪੁਰ ਮੇਰੇ ਭਾਏ। ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਏਕ ਜੋ ਸਾਧੂ ਮੋਹ ਮਿਲਿਓ, ਤਿਨ ਲੀਆ ਅੰਚਲ ਲਾਏ। ਸ਼ਲੋਕ ਭਗਤ ਕਬੀਰ ਜੀਓ ਕੇ। ਫਰੀਦਾ ਦੋਹ ਦੀਵੀਂ ਬੁਲੰਦਿਆਂ, ਮਲਕ ਬਹਿਠਾ ਆਏ, ਗੜ ਲੀਤਾ ਘਟ ਲੁੱਟਿਆ, ਦੀਵੜੇ ਗਿਆ ਬੁਝਾਏ। ਸ਼ਲੋਕ ਫਰੀਦ ਜੀ। ਮਲਕ ਤੋਂ ਭਾਵ ਅਜਰਾਈਲ ਫਰਿਸ਼ਤਾ ਹੈ, ਜੋ ਜਮ ਰੂਪ ਹੋ ਕੇ ਮੌਤ ਸਮੇਂ ਆਉਂਦਾ ਹੈ। ਫਰੀਦਾ ਭੰਨੀ ਘੜੀ ਸਵੰਨਵੀ, ਟੁੱਟੀ ਨਾਗਰ ਲੱਜ, ਅਜਰਾਈਲ ਫਰਿਸ਼ਤਾ ਕਹਿ ਘਰ ਨਾਠੀ ਅੱਜ। 3.5 ਮਣ ਦੇਹੁਰੀ ਚੱਲੈ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵਤ ਆਸੂਣੀ ਬੰਨ, ਮਲਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ, ਤਿਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦਾ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਾਹ ਆਏ ਕੰਮ। ਸ਼ਲੋਕ ਸ਼ੇਖ ਫਰੀਦ ਕੇ। ਗੁਰਮਤੀ ਜਮ ਜੋਹ ਨ ਸਕੈ, ਸੱਚੈ ਨਾਏ ਸਮਾਇਆ। ਸ਼ਲੋਕ ਮਹਲਾ ਚੌਥਾ। ਬਸ ਇਤਨੇ ਗੁਰ ਪ੍ਰਮਾਣ ਬਥੇਰੇ ਹਨ ਜਮ ਦੀ ਹੋਂਦ ਦੀ ਸਿੱਧੀ ਲਈ। ਇਹਨਾਂ ਦੇ ਹੁੰਦਿਆਂ ਅਜੇ ਵੀ ਗੁਰਬਾਣੀ ਮੰਨਣ ਵਾਲਿਆਂ ਸਿੱਖਾਂ ਜਗਿਆਸੂਆਂ ਨੂੰ ਜਮ ਦੀ ਹੋਂਦ ਤੇ ਯਕੀਨ ਨਾ ਆਵੇ ਤਾਂ ਉਹਨਾਂ ਦੇ ਭਾਗ ਹੀ ਮੰਦੇ ਹਨ। ਤਿਨਾਂ ਦੇ ਸਿਰ ਫੇਰਿਆਂ ਜਮ ਨੇ ਟਲ ਨਹੀਂ ਜਾਣਾ। ਜਮ ਦਾ ਠੇਂਗਾ ਜ਼ਰੂਰ ਸਿਰ ਤੇ ਲੱਗੇਗਾ, ਜੋ ਫੇਰ ਸਹਿਆ ਨਹੀਂ ਜਾਣਾ। ਭਾਗ ਮਾੜੇ ਇਸ ਕਰਕੇ ਹਨ ਜਮ ਤੋਂ ਮੁਨਕਰ ਹੋਣ ਵਾਲਿਆਂ ਦੇ ਕਿ ਉਹ ਨਿਰਭੈ ਹੋ ਕੇ ਪਾਪ ਕਰਮ ਕਰਨ ਵਿੱਚ ਪ੍ਰਵਿਰਤ ਹੋ ਜਾਂਦੇ ਹਨ, ਨਾਮ ਬਾਣੀ ਦੇ ਰਾਹ ਨਹੀਂ ਜਾਂਦੇ। ਨਾਮ ਬਾਣੀ ਹੀ ਜਮ ਅਤੇ ਜਮ ਦੇ ਭੈ ਤੋਂ ਬਚਾਉਣ ਵਾਲੀ ਹੈ। ਸਾਰਾ ਸੰਸਾਰ ਰੁੜਿਆ ਚਲਿਆ ਜਾ ਰਿਹਾ ਹੈ, ਕਿਸੇ ਦਾ ਡਰ ਨਹੀਂ, ਭੈ ਨਹੀਂ। ਬਾਝੋਂ ਗੁਰੂ ਕਰਤਾਰ ਦੇ ਕਿਸ ਨੇ ਥਾਂਗੀ ਬਣਨਾ ਹੈ। ਗੁਰੂ ਦੇ ਨਾਮ ਲੇਵਾ ਸਿੱਖਾਂ ਨੂੰ ਤਾਂ ਗੁਰਬਾਣੀ ਸੱਤ-ਸੱਤ ਕਰਕੇ ਮੰਨਣੀ ਚਾਹੀਦੀ ਹੈ। ਜੋ ਨਾ ਮੰਨਣ ਤਾਂ ਉਹਨਾਂ ਦੀ ਅਧੋਗਤੀ ਹੀ ਸਮਝੋ। ਉਹ ਇਸ ਉਪਾਅ ਵਿੱਚ ਨਹੀਂ ਲੱਗਦੇ ਜਿਸ ਤੋਂ ਕਿ ਜਮ ਤੋਂ ਬਚਾਓ ਹੁੰਦਾ ਹੈ। ਹੁਣ ਸੰਖੇਪ ਮਾਤਰ ਅਗਲੇ ਕਾਂਡ ਵਿੱਚ ਧਰਮ ਰਾਏ, ਚਿੱਤਰਗੁਪਤ ਆਦਿ ਦਾ ਮਜ਼ਮੂਨ ਲਵਾਂਗੇ, ਜੋ ਗਹੁ ਕਰਕੇ ਵਿਚਾਰਨਾ ਜੀ। ਪੁਸਤਕ ਬਹੁਤ ਭਾਰੀ ਹੋ ਜਾਣ ਦੇ ਭੈ ਕਰਕੇ ਹੁਣ ਬਹੁਤ ਥੋੜਾ ਹੀ ਹਵਾਲਾ ਦੇਵਾਂਗੇ।